किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। सतवें कांड का 6वां भाग खालिस्तान की प्राप्ति किवें होवे। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। अंग्रेज समझ चुका सी कि बहादुरां दी कौम खालसा अपने सतगुरां नूं बेदावा तां बेशक लिख पढ़ावे, पर ਉਂਝ ਇਹ विश्वास घाती नहीं है। अरदास विच नित भरोसा दान मंगण वाला ये खालसा अपने आप नाल धोखा तां बेशक कर लए, पर दूजे नाल गदारी कदे नहीं करता। खालसा राज नूं खत्म करन विच यूपी ਅਤੇ ਦੱਖਣੀ ਭਾਰਤ ਦੀਆਂ ਹਿੰਦੂ ਫੌਜਾਂ ਨੇ अंग्रेज ਦੇ ਸਾਥੀ ਬਣ ਕੇ ਆਪਣੇ ਪੰਜਾਬੀ ਭਰਾਵਾਂ ਤੇ ਬੜਾ ਜ਼ੁਲਮ ਕੀਤਾ ਸੀ। ਗੁਰੂ ਸਾਹਿਬਾਨ ਤੋਂ ਆਰੰਭ ਹੋ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਿਸ ਖਾਲਸਾ ਪੰਥ ਨੇ ਹਿੰਦੂਆਂ ਦੀ ਸਦਾ ਰੱਖਿਆ ਕਰਦਿਆਂ ਬੇਅੰਤ ਕੁਰਬਾਨੀਆਂ ਦਿੱਤੀਆਂ ਸਨ, ਜਿਸ ਖਾਲਸਾ ਕੌਮ ਨੇ ਪੱਛਮੀ ਸਰਹੱਦਾਂ ਦੇ ਰਾਖੇ ਬਣ ਕੇ ਉਹਨਾਂ ਲੁਟੇਰਿਆਂ ਦਾ ਹਿੰਦ ਵਿੱਚ ਦਾਖਲਾ ਸਦਾ ਲਈ ਬੰਦ ਕਰ ਦਿੱਤਾ ਸੀ, ਜਿਹੜੇ ਉਹਨਾਂ ਹੀ ਹਿੰਦੂਆਂ ਦੇ ਧਨ ਦੌਲਤ ਨੂੰ ਅਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਨਿਤ ਖੋਹ ਖੜਨਾ ਆਪਣਾ ਹੱਕ ਬਣਾ ਬੈਠੇ ਹੋਏ ਸਨ। ਉਹਨਾਂ ਨਿਸ਼ਕਪਟ ਅਤੇ ਪਰਉਪਕਾਰੀ ਸੂਰਮਿਆਂ ਸਿੰਘਾਂ ਨਾਲ ਹੀ ਵਿਸ਼ਵਾਸਘਾਤ ਕਰਨ ਵਾਲੇ ਹਿੰਦੂ ਨੂੰ ਅੰਗਰੇਜ਼ ਨੇ ਪੱਕਾ ਬੇਇਤਬਾਰਾ ਮੰਨ ਲਿਆ ਹੋਇਆ ਸੀ। ਕੌਮੀ ਤੌਰ 'ਤੇ ਉਸਨੇ ਹਿੰਦੂ ਨਾਲੋਂ ਮੁਸਲਮਾਨ ਨੂੰ ਵੀ ਚੰਗਾ ਸਮਝਿਆ ਸੀ। ਨਿਸ਼ਕਪਟਤਾ, ਵਫਾਦਾਰੀ ਅਤੇ ਸੂਰਮਤਾਈ, ਸਿਰੜ ਅਤੇ ਕੌਮੀ ਵਕਾਰ ਦੇ ਨਾਮ 'ਤੇ ਕੁਰਬਾਨ ਹੋ ਜਾਣ ਦੇ ਚਾਅ ਵਿੱਚ ਜੂਝ ਮਰਨ ਵਰਗੇ ਅਦੁੱਤੀ ਗੁਣਾਂ ਵਿੱਚ ਮੁਸਲਮਾਨ ਵੀ ਸਿੰਘਾਂ ਦਾ ਮੁਕਾਬਲਾ ਨਹੀਂ ਸਨ ਕਰ ਸਕਦੇ। ਇਹੀ ਕਾਰਨ ਸੀ ਕਿ ਅੰਗਰੇਜ਼ ਨੇ ਆਪਣੀ ਫੌਜ ਦਾ ਲਗਭਗ ਅੱਧ ਗੁਰੂ ਦੇ ਸਿੰਘ ਸੂਰਮਿਆਂ ਦੇ ਹੀ ਹਵਾਲੇ ਕਰ ਦਿੱਤਾ ਹੋਇਆ ਸੀ। ਹਕੂਮਤ ਦੇ ਸਿਵਲ ਪ੍ਰਬੰਧ ਵਾਲੀਆਂ ਨੌਕਰੀਆਂ ਵਿੱਚ ਵੀ ਸਿੱਖਾਂ ਲਈ ਵਿਸ਼ੇਸ਼ ਹਿੱਸਾ ਰਾਖਵਾਂ ਰਿਜ਼ਰਵ ਕੀਤਾ ਹੋਇਆ ਸੀ। ਅੰਗਰੇਜ਼ ਸਰਕਾਰ ਸਿੰਘਾਂ ਨੂੰ ਖੁਸ਼ ਵੀ ਰੱਖਣਾ ਚਾਹੁੰਦੀ ਸੀ, ਪਰ ਉਹ ਇਸ ਪੱਖੋਂ ਵੀ ਅਵੇਸਲੀ ਨਹੀਂ ਸੀ ਕਿ ਕਿਤੇ ਖਾਲਸਾ ਜੀ ਇਕਮੁੱਠ ਹੋ ਕੇ ਅਜਿਹੀ ਸ਼ਕਤੀ ਨਾਲ ਫੜ ਜਾਣ ਕਿ ਉਹਨਾਂ ਦਾ ਰਾਜ ਮੋੜ ਦੇਣ ਵਾਲਾ ਮਹਾਰਾਣੀ ਜਿੰਦਾਂ ਨਾਲ ਕੀਤਾ ਹੋਇਆ ਦਿਲੋਂ ਖੂਹ ਖਾਤੇ ਪਾਈ ਬੈਠੇ ਇਕਰਾਰਨਾਮਾ ਕਿਤੇ ਪੂਰਾ ਕਰਨਾ ਹੀ ਨਾ ਪੈ ਜਾਏ। ਖਾਲਸਾ ਜੀ ਨੇ ਅੰਗਰੇਜ਼ ਫੌਜੀ ਦੇ ਰੂਪ ਵਿੱਚ ਵੀ ਆਪਣੀ ਸੂਰਮਤਾਈ ਦੇ ਝੰਡੇ ਸਿਖਰੀ ਪਹੁੰਚਾ ਦਿੱਤੇ। ਬਹਾਦਰੀ ਦੇ ਇਨਾਮ ਵਿੱਚ ਸਿੰਘਾਂ ਨੂੰ ਜ਼ਮੀਨਾਂ ਅਲਾਟ ਕਰਨੀਆਂ ਆਰੰਭ ਹੋ ਗਈਆਂ। ਚਤੁਰ ਗੋਰੇ ਨੇ ਖਾਲਸਾ ਜੀ ਕੋਲੋਂ ਹੀ ਖੋਈ ਹੋਈ ਖਾਲਸਾ ਜੀ ਦੀ ਧਰਤੀ ਦੇ ਟੁਕੜੇ ਖਾਲਸਾ ਜੀ ਨੂੰ ਬਖਸ਼ੀਸ਼ ਵਜੋਂ ਦੇ ਕੇ ਫੌਜੀ ਸਿੰਘਾਂ ਨੂੰ ਬਾਗੋ ਬਾਗ ਕਰ ਦਿੱਤਾ। ਫੌਜਾਂ ਨੂੰ ਹੱਥ ਵਿੱਚ ਲੈ ਕੇ ਅੰਗਰੇਜ਼ ਨੇ ਗੁਰਦੁਆਰਾ ਐਕਟ ਬਣਾ ਲਿਆ। ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਵੋਟਾਂ ਨਾਲ ਚੁਣੀ ਜਾਣ ਦਾ ਕਾਨੂੰਨ ਬਣਾ ਦਿੱਤਾ। ਅੰਗਰੇਜ਼ ਦਾ ਤਜਰਬਾ ਸੀ ਕਿ ਚੋਣਾਂ ਨਾਲ ਵਿਦਿਆ ਤੋਂ ਕੋਰੀਆਂ ਕੌਮਾਂ ਧੜੇਬੰਦੀ ਦਾ ਸ਼ਿਕਾਰ ਹੋਣੋਂ ਕਦੇ ਨਹੀਂ ਬਚ ਸਕਦੀਆਂ। ਅੰਗਰੇਜ਼ਾਂ ਨੂੰ ਇਸ ਗੱਲ ਦਾ ਵੀ ਤਜਰਬਾ ਸੀ ਕਿ ਵਿਦਿਆ ਦੇ ਬੜੇ ਵਿਸ਼ਾਲ ਪ੍ਰਬੰਧਾਂ ਵਾਲੀਆਂ ਕੌਮਾਂ ਵੀ ਚੋਣਾਂ ਵਿੱਚ ਪੈ ਕੇ ਝੂਠ, ਬੇਈਮਾਨੀ, ਰਿਸ਼ਵਤਖੋਰੀ, ਨਸ਼ਿਆਂ ਦੀ ਵਰਤੋਂ, ਬੇਵਿਚਾਰ ਜਿਹੇ ਔਗਣ ਸਹੇੜ ਬਹਿੰਦੀਆਂ ਹਨ। ਇਹ ਅਟਲ ਸੱਚਾਈ ਹੈ ਕਿ ਗ੍ਰਸਤ ਉਦਾਸ ਸੱਚੋ ਸੱਚ ਧਿਆਉਣ ਵਾਲੇ ਗੁਰਮੁਖ, ਜਿਨ੍ਹਾਂ ਕਦੇ ਵੀ ਮੰਦੇ ਪੈਰ ਨਾ ਰੱਖਣਾ ਹੋਵੇ, ਅੰਨ ਪਾਣੀ ਵੀ ਲੋੜ ਅਨੁਸਾਰ ਥੋੜ੍ਹਾ ਹੀ ਖਾਣਾ ਹੋਵੇ ਅਤੇ ਸੁਕ੍ਰਿਤ ਕਰਕੇ ਨਿਰਵਾਹ ਕਰਦਿਆਂ ਵੰਡ ਛਕਣਾ ਹੋਵੇ, ਸੱਚੇ ਸੁੱਚੇ ਆਚਰਨ ਵਾਲੇ ਧਰਮੀ ਮਨੁੱਖ ਚੋਣਾਂ ਦੇ ਖੱਪਖਾਨੇ ਵਿੱਚ ਪੈਣ ਤੋਂ ਸਦਾ ਕੰਨੀ ਕਤਰਾਉਂਦੇ ਹਨ। ਚੋਣਾਂ ਲੜਨੀਆਂ ਬੜੇ ਹੁਸ਼ਿਆਰ ਤ੍ਰਿਸ਼ਨਾਲੂ ਦਾ ਅਤੇ ਵਿਕਾਰੀ ਵੋਟਰਾਂ ਦੀਆਂ ਵਧੀਕੀਆਂ ਸਹਾਰਨ ਗਿੱਝੇ ਆਚਰਣਹੀਣ ਹਵਾ ਦਾ ਰੁੱਖ ਭਾਂਪ ਕੇ ਝੱਟ ਰੰਗ ਵਟਾ ਲੈਣ ਵਾਲੇ ਅਤੇ ਆਪਣੇ ਬਚਨਾਂ ਤੋਂ ਖਿਸਕ ਜਾਣ ਨੂੰ ਸਿਆਣਪ ਸਮਝਣ ਵਾਲੇ ਮਨੁੱਖਾਂ ਦਾ ਕੰਮ ਹੈ। ਚੋਣਾਂ ਦੁਆਰਾ ਧਰਮ ਅਸਥਾਨਾਂ ਦੇ ਪ੍ਰਬੰਧ ਚਲਾਉਣ ਦਾ ਕਾਨੂੰਨ ਬਣਾ ਦੇਣ ਦਾ ਸਿੱਧਾ ਅਰਥ ਸੀ ਨੰਬਰ 1 ਖਾਲਸਾ ਜੀ ਨੂੰ ਸਦੀਵੀ ਫੁੱਟ ਅਤੇ ਧੜੇਬੰਦੀ ਦਾ ਸ਼ਿਕਾਰ ਬਣਾ ਦੇਣਾ। ਨੰਬਰ 2 ਸੰਤ ਸੂਰਮਿਆਂ ਦੀ ਕੌਮ ਵਿੱਚ ਹੌਲੀ ਹੌਲੀ ਅਜਿਹੇ ਮਨੁੱਖਾਂ ਦੀ ਚੌਧਰ ਬਣਾ ਦੇਣੀ ਜਿਹੜੇ ਕੌਮੀ ਗਿਰਾਵਟ ਪੈਦਾ ਕਰਨ ਵਿੱਚ ਸਹਾਈ ਹੁੰਦੇ ਰਹਿਣ। ਗੁਰੂ ਕੀ ਸਟੇਜ ਕਰਮਕਾਂਡੀ ਪ੍ਰਚਾਰ ਦਾ ਅੱਡਾ ਬਣਾਈ ਤੁਰੇ ਜਾਣ। ਨਤੀਜਾ ਪ੍ਰੋਹਤਵਾਦੀ ਕਰਮਕਾਂਡ ਸਿੱਖ ਧਰਮ ਦਾ ਅੰਗ ਬਣਦਾ ਜਾਵੇ। ਆਖਰ ਪੰਥ ਗੁਰਮਤ ਤੋਂ ਟੁੱਟ ਕੇ ਹੀ ਹੀਣਤਾ ਭਰੀ ਸਦੀਵੀ ਕਮਜ਼ੋਰੀ ਦਾ ਸ਼ਿਕਾਰ ਹੋ ਜਾਏ।
ਚੋਣਾਂ ਦਾ ਸਦਕਾ ਮਾਇਆਧਾਰੀ ਜਥੇਦਾਰ ਦੀ ਪਕੜ ਪੱਕੀ ਹੁੰਦੀ ਗਈ। ਦੇਸ਼ ਦੀ ਵੰਡ ਸਮੇਂ ਤੱਕ ਖਾਲਸਾ ਪੰਥ ਤਿਆਗੀ ਅਤੇ ਸੁਹਿਰਦ ਜਥੇਦਾਰੀ ਤੋਂ ਲਗਭਗ ਹੱਥ ਧੋ ਬੈਠਾ ਹੋਇਆ ਸੀ। ਇਹੀ ਕਾਰਨ ਸੀ ਕਿ ਜਿਵੇਂ ਮੁਸਲਮਾਨਾਂ ਦੇ ਲੀਡਰ ਨੇ ਆਪਣੀ ਕੌਮ ਲਈ ਅਡਰੇ ਸੁਤੰਤਰ ਦੇਸ਼ ਦੀ ਮੰਗ ਪੂਰੀ ਦ੍ਰਿੜਤਾ ਨਾਲ ਕਰ ਲਈ ਸੀ, ਖਾਲਸਾ ਜੀ ਦੇ ਜਥੇਦਾਰਾਂ ਵਿੱਚ ਮਾਇਆਧਾਰੀਆਂ ਦੀ ਚੌਧਰ ਹੋਣ ਦੇ ਕਾਰਨ ਨੇ ਆਪਣੀ ਕੌਮ ਲਈ ਸੁਤੰਤਰ ਰਾਜ ਦੀ ਮੰਗ ਨਾ ਕੀਤੀ। ਰਾਜ ਤਾਂ ਕੀ ਮੰਗਣਾ ਸੀ, ਸਗੋਂ ਬੇਦਾਵਾ ਲਿਖ ਬੈਠੇ ਮਨਮੁਖਾਂ ਵਾਂਗ ਆਪਣੇ ਸਤਿਗੁਰਾਂ ਦੀ ਤਾੜਨਾ ਨੂੰ ਭੁੱਲ ਭੁਲਾ ਕੇ ਖਾਲਸਾ ਜੀ ਸਿੱਧੇ ਬਿੱਪਰ ਦੀ ਝੋਲੀ ਵਿੱਚ ਜਾ ਬਿਰਾਜੇ। ਬਿੱਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਤੋਂ ਪਹਿਲੇ ਦਿਨ ਹੀ ਭੈ ਭੀਤ ਹੋਇਆ ਗੁਰੂ ਨਾਨਕ ਜੀ ਦਾ ਪੱਕਾ ਵੈਰੀ ਬਣ ਚੁੱਕਾ ਸੀ, ਉਸ ਦੀ ਸਰਕਾਰ ਭਲਾ ਅੰਗਰੇਜ਼ ਤੋਂ ਪਿੱਛੇ ਕਿਵੇਂ ਰਹਿ ਸਕਦੀ ਸੀ। ਉਸ ਨੇ ਅੰਦਰ ਖਾਤੇ ਪੰਥ ਦੇ ਜਥੇਦਾਰ ਨੂੰ ਉਂਝ ਖਰੀਦ ਹੀ ਲਿਆ। ਫਿਰ ਖਾਲਸਾ ਜੀ ਦਾ ਅਜਿਹਾ ਕੋਈ ਵੀ ਮੋਰਚਾ ਨਾ ਬਚਿਆ ਜਿਹੜਾ ਕੁਰਸੀ ਯੁੱਧ ਨਾ ਹੋ ਨਿਬੜਿਆ ਹੋਵੇ। ਪ੍ਰਹੁਤ ਜੀ ਭਲਾ ਕਿਵੇਂ ਚੱਲ ਸਕਦੇ ਹਨ ਕਿ ਖਾਲਸਾ ਜੀ ਨੂੰ ਕਦੇ ਵੀ ਕੋਈ ਅਜਿਹਾ ਸੁਤੰਤਰ ਰਾਜ ਪ੍ਰਬੰਧ ਮਿਲ ਸਕੇ ਜਿਸ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਦਾ ਸੂਰਜ ਅਸਮਾਨੀ ਜਾ ਚੜ੍ਹੇ। ਚੋਣਾਂ ਜਿੱਤ ਕੇ ਆ ਰਹੇ ਜਥੇਦਾਰ ਜੀ ਨੇ ਆਪਣੀ ਅੰਨਦਾਤੀ ਸਰਕਾਰ ਦਾ ਇਸ਼ਾਰਾ ਸਮਝ ਕੇ ਹਰ ਸਾਲ ਇਕੱਠਾ ਹੋਣ ਵਾਲਾ ਕਰੋੜਾਂ ਦਾ ਪੰਥਕ ਧਨ ਗੁਰਬਾਣੀ ਗਿਆਨ ਦੀ ਪੜ੍ਹਾਈ ਅਤੇ ਸੰਸਾਰ ਵਿੱਚ ਪ੍ਰਚਾਰ ਲਈ ਅਸਰਦਾਰ ਵਿਸ਼ਾਲ ਪ੍ਰਬੰਧ ਕਰਨ ਤੇ ਖਰਚ ਕਰਨ ਦੇ ਥਾਂ ਅਜਾਈਂ ਖੁਰਦ-ਬੁਰਦ ਕਰੀ ਰੱਖਣਾ ਆਪਣਾ ਪੰਥਕ ਧਰਮ ਬਣਾ ਲਿਆ। ਜਥੇਦਾਰ ਵੱਲੋਂ ਧਰਮ ਖਤਰੇ ਵਿੱਚ ਪੈ ਗਿਆ ਹੈ ਦਾ ਨਾਅਰਾ ਸਦਾ ਤੋਂ ਸਵਾਰਥ ਸਿੱਧੀ ਲਈ ਬੋਲਿਆ ਕੋਰਾ ਝੂਠ ਸਿੱਧ ਹੁੰਦਾ ਆ ਰਿਹਾ। ਪੰਜਾਬੀ ਸੂਬਾ ਬਣ ਜਾਣ ਨਾਲ ਪੰਥ ਨੂੰ ਜੇ ਕੋਈ ਫਾਇਦਾ ਪੁੱਜਾ ਹੈ ਤਾਂ ਉਹ ਕੇਵਲ ਜਥੇਦਾਰਾਂ ਦੇ ਪ੍ਰਭਾਵਸ਼ਾਲੀ ਸਿਆਸੀ ਭਾਸ਼ਣਾਂ ਵਿੱਚ ਹੀ ਲੁਕਿਆ ਹੋਇਆ ਹੈ। ਹਾਂ, ਇਹ ਚਮਤਕਾਰੀ ਫਰਕ ਜ਼ਰੂਰ ਪਿਆ ਹੈ ਕਿ ਜਿਹੜਾ ਜਥੇਦਾਰ ਕੱਲ੍ਹ ਢੱਡ ਜਾਂ ਢਿੱਡ ਵਜਾਉਂਦਾ ਫਿਰਦਾ ਸੀ, ਜਿਹੜਾ ਢੋਲਕੀ ਖੜਕਾ ਕੇ ਜਾਂ ਗੁਰਦੁਆਰਿਆਂ ਦੀ ਚੌਧਰ ਸਾਂਭ ਕੇ ਆਪਣੇ ਪਰਿਵਾਰ ਦਾ ਨਿਰਵਾਹ ਕਰ ਰਿਹਾ ਸੀ, ਅੱਜ ਲੱਖਾਂ ਨਹੀਂ ਕਰੋੜਾਂ ਪਤੀ ਬਣ ਕੇ ਕੋਠੀਆਂ ਸੈਲਰਾਂ ਕਾਰਾਂ ਦਾ ਮਾਲਕ ਬਣੀ ਬੈਠਾ। ਬਾਬਾ ਜਰਨੈਲ ਸਿੰਘ ਜੀ ਦੀ ਇਮਾਨਦਾਰੀ ਬੇਦਾਗ ਸੀ, ਪਰ ਉਹਨਾਂ ਦੇ ਹੀ ਪਿਤਾ ਭਾਈ ਜੋਗਿੰਦਰ ਸਿੰਘ ਜੀ ਅਥਵਾ ਪਰਿਵਾਰ ਦੇ ਹੋਰ ਬੰਦਿਆਂ ਬਾਰੇ ਵੀ ਇਹੀ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੇ ਘਰੀਂ ਵੀ ਲక్ష్ਮੀ ਦੀ ਕਿਰਪਾ ਕਈ ਗੁਣਾ ਵੱਧ ਗਈ ਹੈ। ਮਾਇਆ ਨੂੰ ਹੀ ਸਭ ਕੁਝ ਸਮਝਣ ਵਾਲਿਆਂ ਦੀ ਸਾਰੀ ਸੋਚ ਆਪਣੇ ਲਈ ਵੱਧ ਤੋਂ ਵੱਧ ਮਾਇਆ ਉਗਰਾਉਣ ਵਾਸਤੇ ਘਾੜਤਾਂ ਘੜਦੀ ਰਹਿੰਦੀ ਹੈ। ਮਾਇਆਧਾਰੀਆਂ ਦਾ ਧਰਮ ਈਮਾਨ ਸਭ ਕੁਝ ਮਾਇਆ ਹੀ ਹੁੰਦਾ ਹੈ। ਮਾਇਆ ਇਕੱਠੀ ਕਰਨ ਦਾ ਸਭ ਤੋਂ ਵੱਡਾ ਸਾਧਨ ਪਹਿਲੇ ਨੰਬਰ 'ਤੇ ਸ਼ਕਤੀ ਅਤੇ ਦੂਜੇ ਨੰਬਰ 'ਤੇ ਧਰਮ ਨੂੰ ਮੰਨਿਆ ਜਾਂਦਾ ਹੈ। ਸਿਆਸੀ ਸ਼ਕਤੀ ਹੱਥ ਵਿੱਚ ਆ ਜਾਵੇ ਤਾਂ ਧਰਮ ਆਗੂ ਵੀ ਸਿਆਸਤਦਾਨ ਦੀ ਮੁੱਠ ਵਿੱਚ ਆ ਬਿਰਾਜਦੇ ਹਨ। ਫਿਰ ਅਜਿਹਾ ਸਫਲ ਸਿਆਸਤਦਾਨ ਮਾਇਆ ਉਗਰਾਉਣ ਲਈ ਜਿੰਨੇ ਮਰਜ਼ੀ ਪਾਪ ਕਰੀ ਜਾਵੇ, ਉਸ ਦੇ ਹੱਥ ਠੋਕੇ ਬਣੇ ਹੋਏ ਧਾਰਮਿਕ ਆਗੂ ਉਸ ਦੇ ਸਾਰੇ ਪਾਪਾਂ ਨੂੰ ਪੁੰਨ ਬਣਾ ਕੇ ਜਨਤਾ ਨੂੰ ਉਹਨਾਂ ਦਾ ਸ਼ਰਧਾਲੂ ਬਣਾਈ ਰੱਖਦੇ ਹਨ। ਕਿਸੇ ਨੂੰ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕਰਨਾ, ਖੋਪਰੀ ਉਤਰਵਾ ਦੇਣੀ, ਜਿਉਂਦਿਆਂ ਨੂੰ ਅੱਗ ਵਿੱਚ ਸੁੱਟਵਾ ਦੇਣਾ, ਜ਼ਹਿਰ ਦਾ ਪਿਆਲਾ ਪੀਣ ਦੇ ਆਦੇਸ਼ ਆਦਿ ਜਿਹੇ ਜ਼ੁਲਮੀ ਹਾਕਮਾਂ ਦੇ ਪਿੱਛੇ ਯਹੂਦੀਆਂ ਦੇ ਲੱਖਾਂ ਪਰਿਵਾਰਾਂ ਨੂੰ ਬੱਚਿਆਂ, ਬੁੱਢੜਿਆਂ ਅਤੇ ਜਿਉਂਦਿਆਂ ਹੀ ਧਰਤੀ ਵਿੱਚ ਦਬਾ ਦੇਣ ਆਦਿ ਹਰ ਉਪੱਧਰ ਦੇ ਪਿੱਛੇ ਧਾਰਮਿਕ ਆਗੂਆਂ ਦਾ ਕਥਿਤ ਧਾਰਮਿਕ ਫਤਵਾ ਹੀ ਕੰਮ ਕਰਦਾ ਆ ਰਿਹਾ ਹੈ। ਹਰ ਥਾਂ ਜ਼ੁਲਮ ਕਰਨ ਵਾਲੇ ਦੀ ਤਸੱਲੀ ਇਹੀ ਕਰਵਾਈ ਜਾਂਦੀ ਸੀ ਕਿ ਅਜਿਹੇ ਦਿਲ ਕੰਬਾਊ ਪਾਪ ਕਰਕੇ ਉਹ ਅਸਲ ਵਿੱਚ ਬੜਾ ਵੱਡਾ ਦੀਨੀ ਸਵਾਬ ਪੁੰਨ ਖੱਟ ਰਿਹਾ। ਕੋਈ ਵਿਰਲਾ ਮਨੁੱਖ ਹੀ ਅਜਿਹਾ ਹੋਵੇਗਾ ਜਿਸ ਦੇ ਮਨ ਵਿੱਚ ਰਾਜ ਭਾਗ ਦੀ ਲਾਲਸਾ ਸਾਰੀ ਉਮਰ ਨਾ ਆਈ ਹੋਵੇ। ਸਿਆਸੀ ਤਾਕਤ ਹਥਿਆਉਣ ਲਈ ਮਨੁੱਖਾਂ ਦਾ ਮਨ ਲੋਚਦਾ ਹੀ ਸੰਸਾਰ ਤੋਂ ਤੁਰ ਜਾਂਦਾ। ਇੱਥੋਂ ਤੱਕ ਅਸਾਂ ਪਿਛੋਕੜ ਸਮਝ ਲਿਆ। ਆਓ ਹੁਣ ਅਸਲ ਮੰਤਵ ਵੱਲ ਆਈਏ ਕਿ ਖਾਲਸੇ ਦਾ ਖੁੱਸਾ ਹੋਇਆ ਤੇਜ ਪ੍ਰਤਾਪ ਕਿਵੇਂ ਪਰਤੇ। ਗੁਰਮਤਿ ਵਿਚਾਰ ਤੋਂ ਜੋ ਕੁਝ ਦਾਸ ਨੂੰ ਸੋਝੀ ਫੁਰੀ ਹੈ, ਉਸ ਦਾ ਵੇਰਵਾ ਇਸ ਪ੍ਰਕਾਰ ਹੈ। ਨੰਬਰ 1, ਸਾਡੇ ਜਥੇਦਾਰ ਨੂੰ ਕਾਹਲ ਲੱਗੀ ਤੁਰੀ ਆ ਰਹੀ ਹੈ ਕਿ ਉਹ ਛੇਤੀ ਤੋਂ ਛੇਤੀ ਰਾਜ ਭਾਗ ਦਾ ਮਾਲਕ ਬਣ ਕੇ ਬੱਚਾ ਸਕਾ 2.5 ਦਿਨ ਲਈ ਦਿੱਲੀ ਦਾ ਰਾਜ ਲੈ ਕੇ ਸਕੇ ਮੋਚੀ ਦੇ ਜਿਸ ਪੁੱਤਰ ਨੇ ਚਮੜੇ ਦਾ ਸਿੱਕਾ ਚਲਾਇਆ ਸੀ ਬਣ ਬੈਠਣ ਦੀ ਸੱਦਰ ਪੂਰੀ ਕਰ ਲਵੇ। ਇਸੇ ਲਈ ਉਹ ਝਟਪਟ ਮੋਰਚੇ ਲਵਾਈ ਰੱਖ ਕੇ ਕੌਮੀ ਸ਼ਕਤੀ ਦੀ ਦੁਰਵਰਤੋਂ ਕਰਦਾ ਚੱਲਿਆ ਆ ਰਿਹਾ ਹੈ।
ਮੋਰਚਿਆਂ ਦਾ ਐਵੇਂ ਛਲਾਵੇ ਮਾਤਰ ਕੋਈ ਲਾਭ ਪੰਥ ਨੂੰ ਸ਼ਾਇਦ ਹੀ ਹੈ ਜੇ ਕਦੇ ਪੁੱਜਾ ਹੋਵੇ। ਹਰ ਵਾਰ ਪੰਥਕ ਜਥੇਦਾਰ ਦੀ ਜੇਬ ਵਿੱਚ ਰੌਣਕਾਂ ਵੱਧਦੀਆਂ ਰਹੀਆਂ। ਸਪਸ਼ਟ ਹੈ ਕਿ ਪੰਥਕ ਜਥੇਦਾਰੀ ਗੁਰਮਤਿ ਨਾਲੋਂ ਪੂਰੀ ਤਰ੍ਹਾਂ ਟੁੱਟੀ ਹੋਈ ਅਤੇ ਸਵਾਰਥੀ ਬਣ ਚੁੱਕੀ ਹੈ। ਜਿੰਨਾ ਚਿਰ ਪੰਥਕ ਲੀਡਰੀ ਗੁਰਮਤਿ ਤੋਂ ਜਾਣੂ ਹੋ ਕੇ ਤਿਆਗ ਦੀ ਭਾਵਨਾ ਅਪਣਾ ਕੇ ਸੁਹਿਰਦਤਾ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਸੱਚੇ ਦਿਲੋਂ ਕਾਮਨਾ ਨਹੀਂ ਕਰਦੀ, ਉਹਨਾਂ ਚਿਰ ਚੜ੍ਹਦੀ ਕਲਾ ਵੱਲ ਨੂੰ ਮੋੜਾ ਖਾ ਸਕਣਾ ਬੜਾ ਕਠਿਨ ਹੈ। ਧਿਆਨ ਰਹੇ ਕਿ ਦਾਸ ਨੇ ਲਫ਼ਜ਼ ਅਸੰਭਵ ਨਹੀਂ ਸਗੋਂ ਕਠਿਨ ਵਰਤਿਆ, ਕਿਉਂਕਿ ਪੰਥ ਦੇ ਜਿਸ ਨੌ ਨਿਹਾਲ ਨੇ ਪੰਥ ਪਿਆਰ ਦੇ ਜੋਸ਼ ਵਿੱਚ ਆ ਕੇ ਸਿਰਾਂ 'ਤੇ ਕਫਨ ਬੰਨ੍ਹ ਲਿਆ ਸੀ ਅਤੇ ਹੱਥਾਂ ਵਿੱਚ ਪਸਤੌਲ ਅਥਵਾ ਸ਼ਸਤਰ ਫੜ ਲਏ ਸਨ, ਪੰਥ ਦੇ ਉਸੇ ਵਡਮੁੱਲੇ ਸਰਮਾਏ ਨੇ ਜਦ ਪਹਿਲਾਂ ਗੁਰਮਤਿ ਦੇ ਨਿਆਰੇ ਸਿਧਾਂਤ ਤੋਂ ਪੂਰੀ ਤਰ੍ਹਾਂ ਜਾਣੂ ਹੋ ਕੇ ਸਤਿਗੁਰਾਂ ਦੇ ਹੁਕਮਾਂ ਅਨੁਸਾਰ ਆਪਣਾ ਜੀਵਨ ਢਾਲ ਲਿਆ ਤਾਂ ਸਵਾਰਥੀ ਜਥੇਦਾਰੀ ਨੂੰ ਭਾਜੜਾਂ ਪੈ ਜਾਣੀਆਂ ਹਨ। ਧਾਰਮਿਕ ਕੇਂਦਰੀ ਪ੍ਰਬੰਧ ਹੱਥਾਂ ਵਿੱਚ ਲੈਂਦਿਆਂ ਹੀ ਸਾਰੀ ਕੌਮ ਨੂੰ ਗੁਰਮਤਿ ਗਿਆਨ ਤੋਂ ਵਿਦਵਾਨ ਬਣਾਉਣ ਲਈ ਅਤੇ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਤੋਂ ਜਾਣੂ ਕਰਾਉਣ ਲਈ ਵਿਸ਼ਾਲ ਪ੍ਰਬੰਧ ਹੋ ਜਾਣੇ ਹਨ। ਫਿਰ ਮੇਰੇ ਦੂਲੇ ਪੰਥ ਵਿੱਚੋਂ ਹੀ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿ ਮਰਜੀਵੜੇ ਤਿਆਗੀ ਸ਼ਹੀਦ ਅਤੇ ਇਹਨਾਂ ਵਿੱਚੋਂ ਹੀ ਸਿਰ 'ਤੇ ਕਫਨ ਬੰਨ੍ਹ ਕੇ ਮੈਦਾਨ ਵਿੱਚ ਨਿੱਤਰਨ ਵਾਲੇ ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ, ਚੜ੍ਹਤ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਅਤੇ ਸ਼ਾਮ ਸਿੰਘ ਅਟਾਰੀ ਜਿਹੇ ਜਰਨੈਲ ਮੈਦਾਨ ਵਿੱਚ ਆ ਜਾਣੇ ਹਨ। ਰਾਜ ਭਾਗ ਨੇ ਨਿਤ ਕੁੰਡਾ ਆ ਖੜਕਾਇਆ ਕਰਨਾ ਹੈ। ਨੰਬਰ 2, ਪੰਥ ਨੂੰ ਗੁਰੂ ਨਾਨਕ ਜੀ ਦੇ ਗਿਆਨ ਤੋਂ ਕੋਰਾ ਰੱਖ ਕੇ ਇਸ ਦੀ ਨਿਆਰੀ ਜੀਵਨ ਜੁਗਤ ਅਤੇ ਇਸ ਦੇ ਨਿਆਰੇ ਆਚਰਣ ਨੂੰ ਹਾਨੀ ਪਹੁੰਚਾ ਕੇ ਇਸ ਦੇ ਤੇਜ ਪ੍ਰਤਾਪ ਦੇ ਚੜ੍ਹਦੇ ਸੂਰਜ ਨੂੰ ਕਾਲੇ ਬੱਦਲਾਂ ਹੇਠ ਗੁਆ ਦੇਣ ਵਾਲੇ ਕਾਰਿਆਂ ਦੀ ਨੀਂਹ ਭਾਵੇਂ 15ਵੀਂ ਸਦੀ ਵਿੱਚ ਹੀ ਰੱਖੀ ਜਾ ਚੁੱਕੀ ਸੀ, ਪਰ ਪੰਥ ਦੀ ਮਰਜ਼ਾਦਾ ਵਿਗਾੜ ਦੇਣ ਵਾਲੇ ਜ਼ਹਰਾ ਤਿੱਖੇ ਹਮਲੇ 18ਵੀਂ ਸਦੀ ਦੇ ਆਰੰਭ ਵਿੱਚ ਸ਼ੁਰੂ ਹੋਏ ਸਨ। ਨਤੀਜੇ ਵਜੋਂ ਅਸੀਂ 1849 ਤੋਂ ਰਾਜ ਭਾਗ ਤੋਂ ਪੂਰੀ ਤਰ੍ਹਾਂ ਹੱਥ ਧੋ ਬੈਠੇ ਅਤੇ ਵਿਪਰਨ ਕੀ ਰੀਤ ਨਾਲ ਜੁੜਦੇ ਗਏ। ਇਸ ਤਰ੍ਹਾਂ ਜਿਹੜੀ ਤਾਣੀ ਕਰੀਬ 200 ਸਾਲ ਤੋਂ ਉਲਝਦੀ ਆ ਰਹੀ ਹੈ, ਉਹ ਝੱਟ-ਪੱਟ ਤਾਂ ਉਲਝਣੋਂ ਰਹੀ। ਇਸ ਨੂੰ ਸੁਲਝਾਉਣ ਲਈ ਵੀ ਘੱਟੋ ਘੱਟ 50 ਸਾਲ ਦੀ ਯੋਜਨਾ ਤਿਆਰ ਕਰਨੀ ਪਵੇਗੀ। ਨੰਬਰ 3, ਬੜਾ ਜ਼ਰੂਰੀ ਪੱਖ ਊੜਾ। ਸਾਡੇ ਮਨਾਂ ਵਿੱਚ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਕੇਵਲ ਅਤੇ ਕੇਵਲ ਸਤਿਗੁਰੂ ਨਾਨਕ ਸਾਹਿਬ ਜੀ ਹੀ ਅਜਿਹੇ ਰਹਿਬਰ ਆਏ ਸਨ ਜਿਨ੍ਹਾਂ ਦੇ ਸਰੀਰ ਤਿਆਗਣ ਦੇ ਸਮੇਂ ਭਾਰਤ ਦੇ ਦੋ ਵਿਰੋਧੀ ਧਾਰਨਾ ਵਾਲੇ ਧਰਮ ਕਥਿਤ ਮੋਮਨ ਅਤੇ ਕਥਿਤ ਕਾਫਰ ਦੋਵੇਂ ਹੀ ਸਤਿਗੁਰਾਂ ਦੀ ਪਾਵਨ ਦੇਹ ਨੂੰ ਆਪਣੇ ਆਪਣੇ ਵਿਸ਼ਵਾਸ ਵਾਲੀ ਵਿਧੀ ਨਾਲ ਪੰਜਾਂ ਤੱਤਾਂ ਵਿੱਚ ਰਲਾਉਣ ਦੀ, ਧਰਤੀ ਵਿੱਚ ਦੱਬਣ ਦੀ ਅਥਵਾ ਅਗਨੀ ਨਾਲ ਜਲਾਉਣ ਦੀ ਜਿੱਦ ਕਰਦੇ ਅਤੇ ਝਗੜਦੇ ਰਹਿਣ ਦੀਆਂ ਖਬਰਾਂ ਇਤਿਹਾਸ ਦਾ ਹਿੱਸਾ ਬਣੀਆਂ ਸਨ। ਐੜਾ ਠੀਕ ਤਰ੍ਹਾਂ ਸਮਝ ਕੇ ਯਾਦ ਰੱਖਣ ਵਾਲਾ ਦੂਜਾ ਪੱਖ ਇਹ ਹੈ ਕਿ ਇਸ ਹਰਮਨ ਪਿਆਰੇ ਸੁਧਾਰਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਕੋਈ ਕਰਮਕਾਂਡੀ ਬੰਧਨਾਂ ਦੁਆਰਾ ਚਲਾਇਆ ਜਾਣ ਵਾਲਾ ਉਚੇਚਾ ਮਜ਼ਹਬ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਸਾਰੇ ਪ੍ਰਕਾਰ ਦੇ ਭਰਮਾਂ ਵਹਿਮਾਂ ਤੋਂ ਰਹਿਤ ਨਿਆਰੇ ਅਸੂਲਾਂ ਵਾਲੀ ਇੱਕ ਜੀਵਨ ਜੁਗਤ ਹੈ। ਨਿਆਰਾ ਜੀਵਨ ਮਾਰਗ ਅਥਵਾ ਨਿਆਰੇ ਆਚਰਨ ਵਾਲਾ ਨਿਆਰਾ ਪੰਥ ਹੈ। ਗੁਰਸਿੱਖੀ ਕਿਸੇ ਵੀ ਵਿਖਾਵੇ ਵਾਲੇ ਧਰਮ ਕਰਮ 'ਤੇ ਨਿਰਭਰ ਨਹੀਂ ਹੈ। ਭਾਗੀੜੀ ਤੀਜੀ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸੰਸਾਰ ਵਿੱਚ ਕੇਵਲ ਅਤੇ ਕੇਵਲ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਮਝਾਇਆ ਜੀਵਨ ਰਾਹ ਹੀ ਸਾਰੇ ਸੰਸਾਰ ਨੇ ਪਸੰਦ ਕੀਤਾ ਸੀ ਅਤੇ ਜੇ ਇਸ ਨੂੰ ਯੋਜਨਾਬੱਧ ਢੰਗ ਨਾਲ ਪ੍ਰਚਾਰਿਆ ਜਾਏ ਤਾਂ ਸਾਰੇ ਸੰਸਾਰ ਵਿੱਚ ਸਿੱਖੀ ਦਾ ਬੋਲਬਾਲਾ ਹੋ ਜਾਣ ਵਿੱਚ ਕੋਈ ਸੰਦੇਹ ਨਹੀਂ ਹੈ। ਉਪਰੋਕਤ ਦਲੀਲ ਦੇ ਇਸ ਪੱਖ ਨੂੰ ਉਂਝ ਤਾਂ ਕਈ ਹੋਰ ਖੋਜੀ ਲਿਖਾਰੀਆਂ ਨੇ ਸਪਸ਼ਟ ਕੀਤਾ ਹੋਇਆ ਹੈ, ਪਰ ਦਾਸ ਐਵੇਂ ਨਮੂਨੇ ਮਾਤਰ ਕੇਵਲ ਉਦਾਹਰਨਾਂ ਵਜੋਂ ਹੀ ਪ੍ਰੋਫੈਸਰ ਸ਼ੇਰ ਸਿੰਘ ਗਿਆਨੀ MA PhD ਲੰਡਨ ਦੀ ਲਿਖੀ ਪੁਸਤਕ ਗੁਰਮਤਿ ਦਰਸ਼ਨ ਅਰਥਾਤ ਸਿੱਖ ਧਰਮ ਦੇ ਸਿਧਾਂਤ ਤੇ ਮਾਰਗ ਦੀ ਦਾਰਸ਼ਨਿਕ ਵਿਚਾਰ, ਜਿਸ ਨੂੰ SGPC ਨੇ ਵੀ ਅਪਣਾਇਆ ਹੋਇਆ ਹੈ ਅਤੇ ਜਿਸ ਦੀ 6ਵੀਂ ਐਡੀਸ਼ਨ ਦੀਆਂ 3000 ਕਾਪੀਆਂ 1992 ਵਿੱਚ ਛਪ ਕੇ ਵੰਡਣੀਆਂ ਆਰੰਭ ਕੀਤੀਆਂ ਹੋਈਆਂ ਹਨ, ਵਿੱਚੋਂ ਕੇਵਲ ਨਮੂਨੇ ਮਾਤਰ 2 ਉਦਾਹਰਨਾਂ ਪੇਸ਼ ਕਰਦਾ ਹਾਂ। ਉਸ ਦੇ 128 ਸਫ਼ੇ 'ਤੇ ਅੰਗਰੇਜ਼ ਲਿਖਾਰੀ ਅਤੇ ਪ੍ਰਸਿੱਧ ਇਤਿਹਾਸਕਾਰ
ਮਿਸਟਰ ਮੈਕਾਲਫ ਸਾਹਿਬ ਦੇ ਵਿਚਾਰਾਂ ਦੇ ਹਵਾਲੇ ਨਾਲ ਇਉਂ ਲਿਖਿਆ ਹੈ। ਇੱਥੇ ਇੱਕ ਅਜਿਹਾ ਧਰਮ ਪੇਸ਼ ਕੀਤਾ ਜਾ ਰਿਹਾ ਜਿਹੜਾ ਇਸਲਾਮੀ ਅਥਵਾ ਸ਼ਾਮੀ ਤੇ ਈਸਾਈ ਅਸਰਾਂ ਤੋਂ ਬਿਲਕੁਲ ਪਾਕ ਹੈ। ਅਕਾਲ ਪੁਰਖ ਵਾਹਿਗੁਰੂ ਦੇ ਇੱਕ ਹੋਣ ਦੇ ਨਿਸ਼ਚੇ 'ਤੇ ਨਿਰਭਰ ਹੋ ਕੇ ਇਸ ਧਰਮ ਨੇ ਹਿੰਦੂ ਖਿਆਲਾਂ ਨੂੰ ਛੱਡਿਆ ਅਤੇ ਅਜਿਹੀਆਂ ਸਦਾਚਾਰੀ, ਵਿਵਹਾਰੀ ਅਤੇ ਧਾਰਮਿਕ ਸੰਸਥਾਵਾਂ ਦੀ ਨੀਂਹ ਰੱਖੀ ਜਿਹੜੀਆਂ ਕਿ ਗੁਰੂ ਨਾਨਕ ਜੀ ਨੇ ਦੇਸ਼ ਕਾਲ ਅਥਵਾ ਉਹਨਾਂ ਦੇ ਆਲੇ ਦੁਆਲੇ ਤੋਂ ਬਿਲਕੁਲ ਨਿਰਾਲੀ ਤੇ ਨਵੀਂ ਸੀ। ਇਸ ਧਰਮ ਨਾਲੋਂ ਵਧੇਰੀ ਮੌਲਿਕਤਾ ਰੱਖਣ ਵਾਲਾ ਧਰਮ ਜਾਂ ਇਸ ਦੇ ਸਦਾਚਾਰੀ ਨਿਯਮ ਨਾਲੋਂ ਵਧੇਰਾ ਪ੍ਰਮਾਣਿਕ ਤੇ ਵਿਸ਼ਾਲ ਮਤ ਦੁਨੀਆ ਵਿੱਚੋਂ ਲੱਭਣਾ ਕਠਿਨ ਹੈ। ਉਸੇ ਪੁਸਤਕ ਦੇ 129 ਸਫ਼ੇ ਦੀ ਲਿਖਤ ਮਿਸ ਡਾਰਫੀਫੀਲਡ ਲਿਖਦੀ ਹੈ, ਗੁਰੂ ਗ੍ਰੰਥ ਦੀ ਵਿਚਾਰ ਤੋਂ ਇਹ ਗੱਲ ਪੱਕੀ ਤਰ੍ਹਾਂ ਸਿੱਧ ਹੋ ਜਾਂਦੀ ਹੈ ਕਿ ਸਿੱਖ ਧਰਮ ਦੁਨੀਆ ਵਿੱਚ ਇੱਕ ਨਵਾਂ ਤੇ ਬਿਲਕੁਲ ਵੱਖਰਾ ਧਰਮ ਹੈ। ਇਹ ਧਰਮ ਇੱਕ ਅਜਿਹਾ ਧਰਮ ਹੈ ਜਿਹੜਾ ਪੱਛਮੀ ਮਨੁੱਖਾਂ ਦੇ ਸੁਭਾਅ ਦੇ ਅਨੁਕੂਲ ਹੈ ਅਤੇ ਉਹਨਾਂ ਦੇ ਮਨਾਂ ਨੂੰ ਖਿੱਚ ਪਾ ਸਕਦਾ ਹੈ। ਇਹ ਹਕੀਕਤ ਵਿੱਚ ਇੱਕ ਅਮਲੀ ਧਰਮ ਹੈ ਅਤੇ ਅਮਲੀ ਜ਼ਿੰਦਗੀ ਵਿੱਚ ਸੌਖੀ ਤਰ੍ਹਾਂ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਜੇਕਰ ਇਸ ਧਰਮ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੇ ਨੁਕਤਾ ਨਿਗਾਹ ਤੋਂ ਵੇਖਿਆ ਜਾਵੇ ਤਾਂ ਇਹ ਧਰਮ ਸਾਰੇ ਸੰਸਾਰ ਵਿੱਚ ਤਕਰੀਬਨ ਇੱਕੋ ਇੱਕ ਅਜਿਹਾ ਉੱਚਾ ਧਰਮ ਹੈ। ਅਜਿਹੀਆਂ ਹੋਰ ਲਿਖਤਾਂ ਦੀ ਲੋੜ ਉਸ ਨੂੰ ਪਵੇ ਜੋ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਗਿਆਨ ਦੀ ਅਸਲੀਅਤ ਤੋਂ ਅਤੇ ਉਸ ਦੀ ਮਹੱਤਤਾ ਤੋਂ ਅਣਜਾਣ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਬ੍ਰਾਹਮਣੀ ਅਸਰ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਕੇ ਤਨੋ ਮਨੋ ਗੁਰਮਤਿ ਗਿਆਨ ਨੂੰ ਆਪ ਚੰਗੀ ਤਰ੍ਹਾਂ ਸਮਝ ਲਈਏ ਤੇ ਆਪਣਾ ਜੀਵਨ ਉਸ ਅਨੁਸਾਰ ਬਣਾ ਲਈਏ ਅਤੇ ਇਸ ਅਨੁਪਮ ਗਿਆਨ ਨੂੰ ਯੋਜਨਾਬੱਧ ਢੰਗ ਨਾਲ ਸੰਸਾਰ ਵਿੱਚ ਪ੍ਰਚਾਰਨਾ ਆਰੰਭ ਕਰ ਦਈਏ ਤਾਂ ਯਕੀਨਨ ਸਾਰੇ ਸੰਸਾਰ ਦਾ ਮਨੁੱਖ ਗੁਰੂ ਨਾਨਕ ਨਾਮ ਲੇਵਾ ਬਣਨ ਲਈ ਕਾਹਲਾ ਪੈ ਜਾਵੇਗਾ। ਨੰਬਰ 4, ਸੰਸਾਰ ਦੇ ਬਾਹਰਲੇ ਦੇਸ਼ਾਂ ਵਿੱਚ ਸਿੱਖੀ ਫੈਲਾਉਣ ਦੇ ਪ੍ਰਬੰਧ ਦੀ ਸੋਚਣ ਤੋਂ ਪਹਿਲਾਂ ਆਪਣੇ ਹੀ ਦੇਸ਼ ਵਿੱਚ ਵਸਦੇ ਨਾਨਕ ਨਾਮ ਲੇਵਾ ਸਿੱਖਾਂ ਨਾਲ ਜਾਣ ਪਛਾਣ ਕਰ ਲਈਏ। ਕੈਨੇਡਾ ਦੇਸ਼ ਦੀ ਰਾਜਧਾਨੀ ਵਿੱਚ 1964 ਤੋਂ ਬਣੀ ਓਟਾਵਾ ਸਿੱਖ ਸੁਸਾਇਟੀ ਵੱਲੋਂ ਡਾਕਟਰ ਖੜਕ ਸਿੰਘ ਮਾਨ, ਸੈਕਰਟਰੀ ਦਾ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ, ਪੰਜਾਬ, ਇੰਡੀਆ ਦੇ ਨਾਮ ਜਾਰੀ ਹੋਈ ਚਿੱਠੀ ਨੱਥੀ ਕੀਤੀ ਗਈ ਹੈ। ਇਸ ਚਿੱਠੀ ਦਾ ਜ਼ਿਕਰ ਕਰਨ ਤੋਂ ਭਾਵ ਇਹ ਹੈ ਕਿ ਪਾਠਕਾਂ ਨੂੰ ਪਤਾ ਲੱਗ ਸਕੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੈਦਲ ਫਿਰ ਕੇ ਸੰਸਾਰ ਵਿੱਚ ਕਿਵੇਂ ਗੁਰਮਤਿ ਦਾ ਛੱਟਾ ਦਿੱਤਾ ਹੋਇਆ, ਜਿਸ ਗੁਰਮਤਿ ਨੂੰ ਕੇਵਲ ਇਕੱਲੇ ਸਤਿਗੁਰਾਂ ਦੇ ਉਦਮ ਨਾਲ ਇੰਨੀ ਜਨਤਾ ਨੇ ਕਬੂਲ ਕਰ ਲਿਆ ਸੀ ਕਿ ਉਸੇ ਗੁਰਮਤਿ ਗਿਆਨ ਨੂੰ ਜੇ ਯੋਜਨਾਬੱਧ ਢੰਗ ਨਾਲ ਪ੍ਰਚਾਰਿਆ ਜਾਵੇ ਤਾਂ ਅਸੀਂ ਜੋ ਹੁਣ 2 ਕਰੋੜ ਦੇ ਲਗਭਗ ਹਾਂ, ਸਾਡੇ ਲਈ ਸਾਰੇ ਸੰਸਾਰ ਵਿੱਚ ਸਿੱਖੀ ਫੈਲਾ ਸਕਣੀ ਮੁਸ਼ਕਲ ਨਹੀਂ ਹੈ। ਸਿਕਲੀਗਰ ਵਣਜਾਰਿਆਂ ਦੀ ਵੱਡੀ ਗਿਣਤੀ ਨੂੰ ਗੁਰਮਤਿ ਦੀ ਸਿੱਖਿਆ ਦੇਣੀ ਬੜੀ ਸਹਿਲ ਗੱਲ ਹੈ। ਭਾਵ ਜੇ ਸਾਡਾ ਮੁੱਖ ਜਥੇਦਾਰ ਇਮਾਨਦਾਰੀ ਨਾਲ ਯਤਨ ਕਰੇ ਤਾਂ 1 ਸਾਲ ਦੇ ਅੰਦਰ ਗੁਰਸਿੱਖਾਂ ਦੀ ਗਿਣਤੀ ਵਿੱਚ 10 ਕਰੋੜ ਦਾ ਵਾਧਾ ਹੋ ਸਕਦਾ ਹੈ। ਪਰ ਵੱਡਾ ਤੌਖਲਾ ਗੁਰੂ ਕੀ ਗੋਲਕ ਤੋਂ ਹੈ। ਗੋਲਕ ਦੀ ਦੁਰਵਰਤੋਂ ਕਰਨ ਗਿੱਝਾ ਹੋਇਆ ਜਥੇਦਾਰ ਕਦੇ ਨਹੀਂ ਚਾਹੇਗਾ ਕਿ ਸਾਡੇ ਉਪਰੋਕਤ ਵੀਰ ਸਿੱਖੀ ਦੇ ਦਾਇਰੇ ਵਿੱਚ ਆ ਜਾਣ। ਉਸ ਦੀ ਤਾਂ ਨੀਂਦ ਹਰਾਮ ਹੋ ਜਾਣੀ ਹੈ। ਜਥੇਦਾਰ ਜੀ ਨੇ ਸੋਚੀ ਪੈ ਜਾਣਾ ਹੈ। ਮਸਾਂ ਹੀ ਤਾਂ ਇਹ ਪਿਆਰੀ ਗੋਲਕ ਸਾਡੇ ਕਾਬੂ ਆਈ ਹੈ। ਜੇ ਅਸਾਂ ਲੁਬਾਣੇ, ਸਿਕਲੀਗਰ ਅਤੇ ਵਣਜਾਰੇ ਆਦਿ ਸਭ ਸਿੰਘ ਸਜਾ ਲਏ ਤਾਂ ਉਹਨਾਂ ਨੇ ਪੰਜਾਬ ਵਿੱਚ ਵੀ ਆ ਪੈਰ ਫਸਾਉਣੇ ਸਨ। ਫਿਰ ਵੋਟਾਂ 'ਤੇ ਸਾਡੀ ਪੰਜਾਬੀਆਂ ਦੀ ਪਿਆਰੀ ਗੋਲਕ ਕਿਤੇ ਉਹੀ ਨਾ ਸਾਂਭ ਬੈਠਣ, ਫਿਰ ਸ਼ਾਇਦ ਅਸੈਂਬਲੀ ਦੀ ਖਟਾਊ ਕੁਰਸੀ ਵੀ ਸਾਥੋਂ ਗਈ ਸਾਡੀ ਚੌਧਰ ਦਾ ਬੇੜਾ ਗਰਕ ਕਰ ਦੇਣਗੇ। ਅਸੀਂ ਕਿਹੜੇ ਘੱਟ ਖਿਡਾਰੀ ਹਾਂ, ਰੌਲਾ ਪਾ ਦਿਆਂਗੇ। ਇਹ ਸਾਰੇ ਜਰਾਇਮ ਪੇਸ਼ਾ ਹਨ, ਇਹਨਾਂ ਨੇ ਕੱਖ ਨਹੀਂ ਛੱਡਣਾ ਸਿੱਖੀ ਦਾ। ਫਿਰ ਕਿਹੜਾ ਮਾਈ ਦਾ ਲਾਲ ਸਾਨੂੰ ਕਹਿ ਸਕੇਗਾ ਕਿ ਇਹ ਸਤਿਕਾਰਯੋਗ ਜਥੇਦਾਰ ਜੀਓ ਕਿ ਸੱਜਣ ਠੱਗ ਅਤੇ ਬੰਦੇ ਖਾਣੇ ਕੌਡੇ ਨਾਲੋਂ ਵੀ ਇਹ ਲੁਬਾਣੇ ਵੀਰ ਵੱਧ ਜਰਾਇਮ ਪੇਸ਼ਾ ਹਨ। ਮੂੰਹ ਲਾਲ ਕਰਕੇ ਦੰਦ ਕਰੀਚ ਕੇ ਕਿਹੜਾ ਹੈ ਅਜਿਹਾ ਮਾਈ ਦਾ ਲਾਲ ਜੋ ਸਾਨੂੰ ਇੱਦਾਂ ਮੱਤ ਦੇਣ ਦਾ ਹੀ ਹਿਆ ਕਰੂ। ਜੇ ਕੋਈ ਅਜਿਹਾ ਕਹਿਣ ਦਾ ਹੌਸਲਾ ਕਰ ਬੈਠਾ ਤਾਂ ਆਪੇ ਧੁਰ ਦੀ ਟੁਕਟ ਕਟਾ ਬਹੂ। ਸਾਡਾ ਕੀ ਜਾਣਾ, ਪਹਾੜੇ 'ਤੇ ਕਤਲ ਕਰਨ ਵਾਲਿਆਂ ਦੀ ਸਾਨੂੰ ਕਿਹੜੀ ਘਾਟ ਹੈ। ਅੱਗਾਂ ਲਾਉਣ ਵਾਲੇ ਝੋਲੀ ਚੁੱਕ ਟੁੱਕੜ ਬੋਚ ਵੀ ਬਥੇਰੇ ਹਨ। ਜਿਸ ਤ੍ਰਿਸ਼ਨਾਲੂ ਜਥੇਦਾਰ ਦੀਆਂ ਪੰਜੇ ਘਿਓ ਵਿੱਚ
ਹਨ ਹੀ ਅਗਿਆਨਤਾ ਦੇ ਸਿਖਰ 'ਤੇ। ਉਹ ਭਲਾ ਗੁਰੂ ਨਾਨਕ ਜੀ ਦੇ ਗਿਆਨ ਨੂੰ ਸੰਸਾਰ ਵਿੱਚ ਕਿਉਂ ਖਿਲਰਨ ਦੇਵੇ। ਦੂਜੀ ਵੱਡੀ ਰੋਕ ਸੁਚਮ ਅਥਵਾ ਪਿੱਟ ਦਾ ਗੁਰਮਤਿ ਵਿਰੋਧੀ ਨਿਰਮੂਲ ਭਰਮ ਹੈ। ਡੇਰਾਵਾਦੀਆਂ ਅਥਵਾ ਵਿਵੇਕੀਆਂ ਨੇ ਕਹਿਣਾ ਆਰੰਭ ਕਰ ਦੇਣਾ ਹੈ, ਕਿਹੜਾ ਵਰਤੂ ਇਹਨਾਂ ਪਿੱਟੜਾਂ ਨਾਲ। ਅਸੀਂ ਤਾਂ ਆਪਣੇ ਘਰਦਿਆਂ 'ਤੇ ਵੀ ਕਈ ਬੰਦਸ਼ਾਂ ਲਾਈਆਂ ਹੋਈਆਂ ਹਨ। ਅਸੀਂ ਜਿਹੜੇ ਆਪਣੇ ਸਕੇ ਭਰਾ ਨਾਲ ਵੀ ਬੈਠ ਕੇ ਨਹੀਂ ਖਾਂਦੇ, ਵਣਜਾਰਿਆਂ ਨੂੰ ਆਪਣੇ ਗੁਰੂ ਦੇ ਲੰਗਰ ਵਿੱਚ ਵੜਿਆਂ ਕਿਵੇਂ ਚੱਲ ਸਕਦੇ। ਜੇ ਅਸਾਂ ਇਹਨਾਂ ਸਿਖਲੀਗਰਾਂ ਨੂੰ ਸਕੇ ਮਾਂ ਪਿਓ ਜਾਏ ਮੰਨ ਲਿਆ ਤਾਂ ਸਾਡੀ ਸਿੱਖੀ ਦਾ ਫੱਕਾ ਹੀ ਮਾਰਿਆ ਜਾਣਾ ਹੈ। ਜੇ ਸਾਡੀ ਸੋਚ ਹੀ ਨਾ ਰਹੀ ਤਾਂ ਰਾਜ ਭਾਗ ਨੂੰ ਚੱਟਣਾ ਹੈ। ਅਜਿਹੀਆਂ ਔਕੜਾਂ ਪਾਰ ਕਰਨ ਵਾਲੇ ਕੇਵਲ ਉਹੀ ਸੂਰਮੇ ਹਨ ਜਿਨ੍ਹਾਂ ਨੇ ਇਹਨਾਂ ਡੇਰੇਵਾਦੀਆਂ ਦੀ ਲਲਕਾਰ 'ਤੇ ਸਭ ਕੁਝ ਲੁਟਾ ਦੇਣ ਲਈ ਆਪਣੇ ਸਿਰਾਂ ਨੂੰ ਤਲੀ 'ਤੇ ਰੱਖ ਲਿਆ ਸੀ। ਹਾਏ, ਜੇ ਕਦੇ ਪੰਥ ਦੇ ਉਹ ਅਨਮੋਲ ਰਤਨ ਗੁਰਮਤਿ ਦੇ ਗਿਆਤਾ ਹੋ ਜਾਣ ਤਾਂ ਦੂਰ ਦਿਸਦੇ ਦਿਨ ਨੇੜੇ ਆ ਜਾਣ। ਪੁਸਤਕ ਦੇ ਪਹਿਲੇ 4 ਭਾਗਾਂ ਵਿੱਚ ਉਹਨਾਂ ਤੱਥਾਂ ਨੂੰ ਨਾਲੋਂ ਨਾਲ ਨੰਗਾ ਕਰੀ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਹੜੇ ਪੰਥ ਲਈ ਖਤਰਾ ਬਣ ਰਹੇ ਹਨ। ਇਸ 5ਵੇਂ ਭਾਗ ਵਿੱਚ ਵਿਸ਼ੇਸ਼ ਕਰਕੇ ਬੜੇ ਸਪਸ਼ਟ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦਾ ਉਹ ਪੱਖ ਲਿਖਿਆ ਹੈ ਜਿਸ ਨੂੰ ਸਾਡੇ ਕਈ ਵੀਰਾਂ ਨੇ ਬ੍ਰਾਹਮਣੀ ਸੋਚ ਦੇ ਲਿਖੇ ਰਹਿਤਨਾਮਿਆਂ ਤੋਂ ਕੁਰਬਾਨ ਕੀਤਾ ਹੋਇਆ ਹੈ। ਅਜਿਹੇ ਲੋਕ ਸਤਿਗੁਰਾਂ ਦੀ ਬਾਣੀ ਦੇ ਅਰਥ ਵਿਗਾੜਨ ਦਾ ਪਾਪ ਕਰਦੇ ਹੋਏ ਬ੍ਰਾਹਮਣੀ ਭਰਮ ਨੂੰ ਹੀ ਗੁਰਮਤਿ ਦੱਸ ਰਹੇ ਹਨ। ਭਰਮ ਵਿੱਚ ਫਸੇ ਉਹ ਲੋਕ ਜਿਹੜੇ ਵਾਤਸਵ ਵਿੱਚ ਵਿਪਰ ਦੀ ਝੋਲੀ ਵਿੱਚ ਬਰਾਜੇ ਹੋਏ ਵੀ ਆਪਣੇ ਆਪ ਨੂੰ ਪੱਕੇ ਅਤੇ ਸੱਚੇ ਸਿੱਖ ਦੱਸ ਰਹੇ ਹਨ, ਉਹੀ ਪੰਥ ਦੀਆਂ ਮੋਹਰਲੀਆਂ ਕਤਾਰਾਂ ਵਿੱਚ ਪੁੱਜੇ ਹੋਏ ਹਨ। ਬਾਣੀ ਅਤੇ ਬਾਣੇ ਦਾ ਫੋਕਾ ਓਲਾ ਬਣਾ ਕੇ ਪੰਥ ਵਿੱਚ ਘੁਸਰੇ ਬੈਠੇ ਉਹੀ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦਾ ਘਾਤ ਕਰੀ ਜਾ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦਾ ਸਦਕਾ ਦਾਸ ਨੇ ਉਹਨਾਂ ਦੀ ਅਸਲੀਅਤ ਮਾਸ ਕਰ ਮੂਰਖ ਝਗੜੇ ਪੁਸਤਕ ਵਿੱਚ ਵੀ ਚੰਗੀ ਤਰ੍ਹਾਂ ਨੰਗਾ ਕੀਤਾ ਹੈ। ਕੁਰਾਏ ਪਏ ਹੋਏ ਲਾਲਚੀ ਅਤੇ ਠੱਗ ਡੇਰੇਦਾਰ ਕਥਿਤ ਮਹਾਂਪੁਰਖਾਂ ਦੇ ਭਰਮ ਜਾਲ ਵਿੱਚ ਫਸੇ ਹੋਏ ਭਰਮੀ ਲੋਕ ਪੰਥ ਲਈ ਬੜੇ ਹਾਨੀਕਾਰਕ ਬਣ ਰਹੇ ਹਨ। ਅਜਿਹੇ ਭੁੱਲੜ ਵੀਰਾਂ ਨੂੰ ਰਾਹ 'ਤੇ ਲਿਆਉਣ ਲਈ ਬੜੀ ਤਗੜੀ ਮੁਹਿੰਮ ਚਲਾਉਣ ਦੀ ਲੋੜ ਹੈ। ਹੇਠ ਲਿਖੇ ਸੁਝਾਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਮਿਤੀ 20 ਫਰਵਰੀ 1996 ਨੂੰ ਲਿਖੀ ਚਿੱਠੀ ਵਿੱਚ ਲਿਖ ਭੇਜੇ ਸਨ। ਨੰਬਰ 1, ਸ੍ਰੀ ਦਰਬਾਰ ਸਾਹਿਬ ਵਿੱਚ ਵਰਤ ਰਹੀ ਸਾਰੀ ਵਿਪਰਨ ਕੀ ਰੀਤ ਖਤਮ ਕਰ ਦਿੱਤੀ ਜਾਵੇ। ਨੰਬਰ 2, ਕਥਿਤ ਦਾਨੀਆਂ ਦੇ ਕਾਲੇ ਨਾਵਾਂ ਵਾਲੇ ਸਾਰੇ ਪੱਥਰਾਂ ਦੇ ਥਾਂ ਦੁੱਧ ਵਾਂਗ ਚਿੱਟੇ ਪੱਥਰ ਸਾਰੇ ਗੁਰੂ ਘਰਾਂ ਵਿੱਚ ਲਾ ਦਿੱਤੇ ਜਾਣ। ਨੰਬਰ 3, ਅਜਿਹਾ ਕਾਲਜ ਬਣਾਇਆ ਜਾਵੇ ਜਿੱਥੋਂ ਗ੍ਰੰਥੀ ਪ੍ਰਚਾਰਕ ਅਥਵਾ ਰਾਗੀ ਪੈਦਾ ਕੀਤੇ ਜਾਇਆ ਕਰਨ ਅਤੇ ਸਾਰੇ ਗੁਰੂ ਘਰਾਂ ਵਿੱਚ ਉਸੇ ਕਾਲਜ ਵਿੱਚੋਂ ਡਿਗਰੀਆਂ ਲੈਣ ਵਾਲੇ ਗ੍ਰੰਥੀ ਲਏ ਜਾਣ। ਉਸ ਕਾਲਜ ਵਿੱਚੋਂ ਗੁਰਮਤਿ ਦੀ PhD ਡਿਗਰੀ, ਹੋਰ ਪ੍ਰਚਲਿਤ ਜ਼ੁਬਾਨਾਂ ਵਿੱਚ ਅਤੇ ਲੋੜੀਂਦੀ ਵਿਦਿਆ ਵਿੱਚ ਪ੍ਰਬੀਨਤਾ ਵਾਲਾ ਅਤੇ ਉੱਚੀ ਜੀਵਨ ਜੁਗਤ ਵਾਲਾ ਗੁਰਮੁਖੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਅਤੇ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਹੋਵੇ ਆਦਿ। ਇਸ ਕਾਲਜ ਵਿੱਚੋਂ ਸ੍ਰੇਸ਼ਟ ਯੋਗਤਾ ਵਾਲੇ ਵਿਦਵਾਨਾਂ ਨੂੰ ਉਚੇਚੀ ਤਨਖਾਹ ਦੇ ਕੇ ਪੰਥਕ ਖਰਚ 'ਤੇ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਸਿੱਖੀ ਨੂੰ ਫੈਲਾਉਣ ਦੇ ਮਿਸ਼ਨ 'ਤੇ ਭੇਜੇ ਜਾਣ ਦੇ ਪ੍ਰਬੰਧ ਕਰਨੇ ਆਰੰਭ ਕੀਤੇ ਜਾਣ। ਆਪ ਜੀ ਦੀ ਸੇਵਾ ਵਿੱਚ ਬੇਨਤੀ ਹੈ ਕਿ ਹਰ ਅਜਿਹੇ ਪੱਖੋਂ ਨਿਪੁੰਨ ਅਤੇ ਪੱਕੇ ਪ੍ਰਬੰਧਾਂ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖੋ। ਨੰਬਰ 4, ਦਾਨ ਦੀ ਪ੍ਰਪਾਟੀ ਬੰਦ ਕਰਕੇ ਮੁੜ ਦਸਵੰਧ ਪ੍ਰਥਾ ਚਾਲੂ ਕਰਨ ਦੇ ਪ੍ਰਬੰਧ ਕੀਤੇ ਜਾਣ। ਨੰਬਰ 5, ਗੁਰਦੁਆਰਿਆਂ ਨੂੰ ਪੂਜਾ ਦੇ ਮੰਦਰਾਂ ਦੀ ਥਾਂ ਇਹਨਾਂ ਨੂੰ ਧਰਮ ਸਿੱਖਣ ਦੇ ਵਿਦਿਆਲੇ, ਧਰਮਸ਼ਾਲਾ ਅਥਵਾ ਗਿਆਨ ਮੰਦਰ ਬਣਾਇਆ ਜਾਵੇ ਤਾਂ ਜੋ ਪੰਥ ਦਾ ਬੱਚਾ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਜਾਣੂ ਹੋ ਜਾਵੇ। ਨੰਬਰ 6, ਸਿੱਖ ਸਿਧਾਂਤ ਦੀ ਖੰਡਣਾ ਵਿੱਚ ਜੋ ਵੀ ਪੁਸਤਕ ਛਪੇ ਉਸ ਦੇ ਲਿਖਾਰੀ ਨੂੰ ਤੁਰੰਤ ਹੀ ਸ੍ਰੀ ਅਕਾਲ ਤਖਤ 'ਤੇ ਬੁਲਾ ਕੇ ਜੋਗ ਡੰਨ ਲਾਉਣ ਦੇ ਨਾਲ ਲਿਖਾਰੀ ਨੂੰ ਕਿਹਾ ਜਾਵੇ ਕਿ ਉਹ ਆਪ ਹੀ ਪੁਸਤਕ ਦੀ ਵਿਕਰੀ ਰੋਕ ਦੇਵੇ, ਨਹੀਂ ਤਾਂ ਉਸ ਨੂੰ ਪੰਥ ਦਾ ਅੰਗ ਨਾ ਸਮਝਿਆ ਜਾਵੇ। ਨੰਬਰ 7, ਜੇ ਖਿਮਾ ਦਾ ਪ੍ਰਸ਼ਾਦ ਵੰਡਣਾ ਹੀ ਹੋਵੇ ਤਾਂ ਗੁਰਬਾਣੀ ਦੀ ਨਿੰਦਿਆ ਲਿਖਣ ਦੇ ਇਨਾਮ ਵਜੋਂ ਜਿਸ ਤਨਖਾਹੀਏ ਨੇ ਗੁਰਬਾਣੀ ਦੀ ਕੋਈ ਡਿਗਰੀ ਲਈ ਹੋਈ ਹੈ ਉਸ ਨੂੰ ਕਿਹਾ ਜਾਵੇ ਕਿ ਉਹ ਆਪਣੀ ਡਿਗਰੀ ਅਤੇ ਉਸ ਦੇ ਆਧਾਰ 'ਤੇ ਮਿਲੀ ਨੌਕਰੀ ਵਾਪਸ ਕਰੇ। ਨੰਬਰ 8, ਗੁਰੂ ਸਾਹਿਬਾਨ ਦੀਆਂ ਤਸਵੀਰਾਂ
अथवा मूर्तियां बनाउणीਆਂ अथवा घरां विच लाउणीਆਂ बंद कराउण दे प्रबंध कीते जाण। नंबर 9 तौहीद दी पूजा कराउण ਅਤੇ हज़रत मुहम्मद साहब जी ਦੀ ਕੋਈ ਤਸਵੀਰ ਨਹੀਂ ਮਿਲਦੀ। ਇੱਕ ਅਕਾਲ ਦੀ ਪੂਜਾ ਕਰਾਉਣ ਆਏ ਗੁਰੂ ਨਾਨਕ ਸਾਹਿਬ ਦੀਆਂ ਫਰਜ਼ੀ ਅਥਵਾ ਝੂਠੀਆਂ ਅਸਲੀ ਤਸਵੀਰ ਤਾਂ ਸਤਿਗੁਰਾਂ ਨੇ ਬਣਵਾਈ ਹੀ ਕੋਈ ਨਹੀਂ ਸੀ। ਤਸਵੀਰਾਂ ਵੀ ਉਵੇਂ ਹੀ ਕਿਤੋਂ ਨਹੀਂ ਮਿਲਣੀਆਂ ਚਾਹੀਦੀਆਂ। ਸਤਿਗੁਰਾਂ ਦੀਆਂ ਤਸਵੀਰਾਂ ਸਿੱਧ ਕਰਦੀਆਂ ਹਨ ਕਿ ਖਾਲਸਾ ਜੀ ਦੀ ਮਰਜ਼ਾਦਾ ਤੇ ਵਿਪਰੀ ਪਰਛਾਵਾਂ ਪੈ ਚੁੱਕਾ ਹੈ, ਜਦ ਕਿ ਮੁਸਲਮਾਨ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਬਚਿਆ ਹੋਇਆ, ਭਾਵੇਂ ਉਹ ਸਿੱਖ ਨਾਲੋਂ ਸੈਂਕੜੇ ਸਾਲ ਪਹਿਲਾਂ ਤੋਂ ਹਿੰਦ ਦਾ ਵਾਸੀ ਬਣ ਚੁੱਕਾ ਸੀ। ਨੰਬਰ 10 ਪੰਥ ਲਈ ਸਭ ਤੋਂ ਬਹੁਤਾ ਗੰਭੀਰ ਖਤਰੇ ਵਾਲਾ ਮਸਲਾ ਖੜਾ ਕਰਨ ਵਾਲਾ ਅੱਜ ਸੰਤ ਸਮਾਜ ਰੂਪੀ ਅਸਰਾਲ ਹੀ ਹੈ। ਇਸ ਗੰਭੀਰ ਖਤਰੇ ਦਾ ਤੋੜ ਲੱਭਣਾ ਵੀ ਆਪ ਜੀ ਦੀ ਹੀ ਨਿੱਜੀ ਜ਼ਿੰਮੇਵਾਰੀ ਹੈ, ਕਿਉਂਕਿ ਇਹ ਖਤਰੇ ਨੂੰ ਸ਼ਕਤੀ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੀ ਮਿਲੀ ਹੈ। ਅਜਿਹਾ ਕਿਸ ਕਾਰਨ ਲਿਖਣਾ ਪਿਆ ਹੈ? ਵੇਰਵਾ ਇਸ ਪ੍ਰਕਾਰ ਹੈ। ਸਤਿਗੁਰਾਂ ਦੇ ਇਤਿਹਾਸ ਨਾਲ ਜੁੜੇ ਵੱਡੀ ਮਹੱਤਤਾ ਵਾਲੇ ਥਾਵਾਂ 'ਤੇ ਆਲੀਸ਼ਾਨ ਬਿਲਡਿੰਗਾਂ ਬਣਾਉਣ ਦਾ ਠੇਕਾ ਬਨਾਰਸ ਕੇ ਠੱਗ ਸਾਧ ਮੰਡਲੀਆਂ ਦੇ ਹਵਾਲੇ ਕਰਕੇ ਉਹਨਾਂ ਦਾ ਸਿੱਧਾ ਸੰਬੰਧ ਸੰਗਤਾਂ ਨਾਲ ਬਣਾ ਦੇਣਾ, ਜਿਸ ਤੋਂ ਧੰਨ ਬਾਬਾ ਕੰਬਲੀ ਵਾਲਾ, ਧੰਨ ਬਾਬਾ ਖੜਾਵਾਂ ਵਾਲਾ, ਧੰਨ ਬਾਬਾ ਰਾੜੇ ਵਾਲਾ, ਜਿਹੜਾ ਏਡੀ ਮਹਾਨ ਸੇਵਾ ਕਰਵਾ ਰਿਹਾ ਹੈ ਦਾ ਜਾਪ ਪਹਿਲਾਂ ਰਿਸ਼ਵਤ ਦੇ ਕੇ ਸੇਵਾ ਸਾਂਭਣ ਵਾਲੇ ਅਸਲੀ ਭਾਣੇ ਤੋਂ ਅਣਜਾਣ ਸੰਗਤਾਂ ਨੇ ਆਰੰਭ ਕਰ ਦੇਣਾ। ਇਸ ਢੰਗ ਨਾਲ ਸਾਧਾਂ ਦੀ ਸ਼ਕਤੀ ਦਿਨ ਦੂਣੀ ਅਤੇ ਰਾਤ ਚੌਗਣੀ ਕਰੀ ਰੱਖਣ ਦਾ ਘੋਰ ਅਪਰਾਧ ਜਿਸ ਨੇ ਵੀ ਕੀਤਾ ਹੈ, ਪੰਥ ਦਾ ਸਭ ਤੋਂ ਵੱਡਾ ਦੁਸ਼ਮਣ ਉਹੀ ਹੈ। ਇਸ ਸਾਧ ਟੋਲੇ ਨੇ ਪੰਥਕ ਮਰਜ਼ਾਦਾ ਦਾ ਘੁੱਟ ਭਰ ਲੈਣ ਦੇ ਨਾਲ ਆਪਣੀ ਚਲਾਈ ਮਰਜ਼ਾਦਾ ਨੂੰ ਸੰਗਤਾਂ ਲਈ ਰੱਬੀ ਹੁਕਮ ਬਣਾ ਦਿੱਤਾ ਹੈ। ਧਾਰਮਿਕ ਪੱਖੋਂ ਸਿੱਖ ਜਗਤ ਨੂੰ ਕੇਂਦਰ ਨਾਲੋਂ ਤੋੜ ਕੇ ਪੰਥ ਨੂੰ ਲੰਗੜਾ ਕਰ ਲਿਆ ਹੈ। ਸੁਣਿਆ ਹੈ ਕਿ ਹੁਣ ਇਸੇ ਸ਼ੇਸ਼ਨਾਗ ਨੇ ਸਿਆਸੀ ਪੱਖੋਂ ਵੀ ਪੰਥ ਨੂੰ ਪਿੰਗਲਾ ਕਰ ਦੇਣ ਲਈ ਹੱਥ ਪੈਰ ਮਾਰਨੇ ਆਰੰਭ ਕਰ ਦਿੱਤੇ ਹਨ। ਪੰਥ ਦੇ ਖਾਤਮੇ ਦੇ ਦਿਨ ਸਾਧ ਮੰਡਲੀ, ਸੰਪਰਦਾਈ ਮੰਡਲੀ ਭਾਵ ਪ੍ਰੋਹਤਵਾਦ ਨੇ 200 ਸਾਲ ਨੇੜੇ ਕਰ ਲਏ ਹਨ। ਸੋਚਣ ਵਾਲੇ ਬ੍ਰਾਹਮਣੀ ਪਖੰਡ ਨੂੰ ਜੜ੍ਹਾਂ ਤੋਂ ਉਖੇੜ ਮਾਰਨ ਦੀ ਸਖਤ ਲੋੜ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ, ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, 7ਵੇਂ ਕਾਂਡ ਦਾ 6ਵਾਂ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।